ਸਾਡੀਆਂ ਮਾਵਾਂ ਭੈਣਾਂ ਦੇ ਨਾਲ, ਸਾਡੇ ਬੱਚਿਆਂ ਦੇ ਨਾਲ, ਦੇਸ਼ ਦੇ ਆਦੀਵਾਸੀ ਲੋਕਾਂ ਦੇ ਨਾਲ, ਅਨੁਸੂਚਿਤ ਜਾਤੀ ਜਨਜਾਤੀ ਦਲਿਤਾਂ ਦੇ ਨਾਲ ਜੁੜਿਆ ਮੁੱਦਾ ਗਾ, ਉਹਦੇ ਤੇ ਅੱਜ ਗੱਲ ਕਰਨੀ ਆ। ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਦੇ ਅੰਦਰ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇਗੀਆਂ, ਜਿਹੜੇ ਸੂਬਿਆਂ ਦੇ ਅੰਦਰ ਬੀਜੇਪੀ ਦੀਆਂ ਸਰਕਾਰਾਂ ਨੇਗੀਆਂ, ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ, ਉੱਥੇ ਕਿਸ ਤਰ੍ਹਾਂ ਔਰਤਾਂ ਦੇ ਉੱਤੇ, ਬੱਚਿਆਂ ਦੇ ਉੱਤੇ, ਲੋਕਾਂ ਦੇ ਉੱਤੇ, ਦਲਿਤਾਂ ਦੇ ਉੱਤੇ ਅਤਿਆਚਾਰ ਹੋ ਰਹੇ ਨੇਗੇ। ਕਿਸ ਤਰ੍ਹਾਂ ਜਗਜਨਨੀ ਔਰਤ ਦੀ ਗੱਲ ਨੂੰ ਜਿਹੜਾ ਹੈਗਾ ਉਹ ਸੁਣਿਆ ਨਹੀਂ ਜਾ ਰਿਹਾ। ਕਿਸ ਤਰ੍ਹਾਂ ਬੱਚਿਆਂ ਦੀਆਂ ਚੀਕਾਂ ਮੋਦੀ ਸਾਹਿਬ ਨੂੰ ਸੁਣਾਈ ਨਹੀਂ ਦੇ ਰਹੀਆਂ, ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਸੁਣਾਈ ਨਹੀਂ ਦੇ ਰਹੀਆਂ। ਕਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਲਗਭਗ ਪਿਛਲੇ 9 ਸਾਲਾਂ ਤੋਂ ਆਪਣੇ ਮਨ ਦੀ ਗੱਲ ਸੁਣਾ ਰਹੇ ਨੇ, ਮਨ ਕੀ ਬਾਤ ਦੀ ਗੱਲ ਕਰ ਰਹੇ ਨੇਗੇ, ਪਰ ਅੱਜ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ ਛੋਟੀਆਂ, ਬੱਚੇ, ਆਦੀਵਾਸੀ, ਦਲਿਤ, ਦੇਸ਼ ਦਾ ਮੈਂ ਸਮਝਦਾ ਜਿਹੜਾ ਲਤਾੜਿਆ ਹੋਇਆ ਹਿੱਸਾ ਗਾ, ਜਿਹੜਾ ਪੀੜਤ ਹਿੱਸਾ ਗਾ, ਉਹਦੀ ਗੱਲ ਸੁਣਨ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭੱਜ ਰਹੇ ਨੇਗੇ। ਇੱਕ ਪਾਸੇ ਦੇਸ਼ ਦੇ ਕਈ ਹਿੱਸਿਆਂ ਦੇ ਅੰਦਰ ਅੱਗ ਲੱਗੀ ਹੋਈ ਆ ਔਰ ਦੇਸ਼ ਸੜ ਰਿਹਾ ਗਾ, ਔਰ ਪ੍ਰਧਾਨ ਮੰਤਰੀ ਸਾਹਿਬ ਚੁੱਪ ਨੇਗੇ। ਮੈਂ ਸਮਝਦਾ ਇਹ ਜਿਹੜੀ ਸਾਹਸੀ ਚੁੱਪ ਆ, ਦੇਸ਼ ਦੇ ਪ੍ਰਧਾਨ ਮੰਤਰੀ ਦੀ ਸਾਹਸੀ ਚੁੱਪ ਆ, ਇਹ ਗੱਲ ਦਰਸਾਉਂਦੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬੀਜੇਪੀ ਜਿਹੜੀ ਆ ਉਹ ਦਲਿਤ ਵਿਰੋਧੀ ਆ, ਉਹ ਆਦੀਵਾਸੀ ਵਿਰੋਧੀ ਆ, ਉਹ ਔਰਤਾਂ ਦੇ ਵਿਰੁੱਧ ਆ, ਉਹ ਬੱਚਿਆਂ ਦੇ ਵਿਰੁੱਧ ਆ। ਆਪਾਂ ਸਮਾਜ ਦੇ ਅੰਦਰ ਇੱਕ ਗੱਲ ਬੜੇ ਤਰੀਕੇ ਨਾਲ ਕਹੀ ਜਾਂਦੀ ਆ ਕਿ ਔਰਤ ਜਿਹੜੀ ਆ ਉਹ ਸੰਸਾਰ ਨੂੰ ਜਨਮ ਦਿੰਦੀ ਆ, ਲੋਕਾਂ ਨੂੰ ਜਨਮ ਦਿੰਦੀ ਆ, ਪਰ ਲੇਕਿਨ ਅੱਜ ਜਿਹੜੀ ਜਗਜਨਨੀ ਆ ਉਹਨੂੰ ਕਿੰਨਾ ਉਹਨੂੰ ਪੀੜਾ ਹੋ ਰਹੀ ਆ, ਕਿੰਨੀ ਦੁੱਖ ਹੋ ਰਹੀ ਆ, ਇਹ ਮੈਂ ਸਮਝਦਾ ਇੱਕ ਔਰਤ ਹੀ ਸਮਝ ਸਕਦੀ ਆ। 21ਵੀਂ ਸਦੀ ਆ, 21ਵੀਂ ਸਦੀ ਦਾ ਜ਼ਮਾਨਾ ਗਾ। 21ਵੀਂ ਸਦੀ ਦੇ ਅੰਦਰ ਮੈਂ ਸਮਝਦਾ ਅੱਜ ਭਾਰਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਾਰਨ, ਬੀਜੇਪੀ ਦੇ ਕਾਰਨ ਪੂਰੀ ਦੁਨੀਆ ਦੇ ਅੰਦਰ ਸ਼ਰਮਸਾਰ ਹੋਣਾ ਪੈ ਰਿਹਾ ਗਾ। ਅੱਜ ਦੇਸ਼ ਦੇ ਅੰਦਰ ਕੀ ਮਾਹੌਲ ਆ, ਪੂਰੀ ਦੁਨੀਆ ਦੇਖ ਰਹੀ ਆ। ਅਮਰੀਕਾ ਦੇ ਅੰਦਰ, ਜਰਮਨ, ਫਰਾਂਸ ਦੇ ਅੰਦਰ ਅੱਜ ਭਾਰਤ ਦੀ ਗੱਲ ਹੋ ਰਹੀ ਆ ਕਿ ਭਾਰਤ ਦੇ ਵਿੱਚ ਕਿਸ ਤਰ੍ਹਾਂ ਸਾਡੀਆਂ ਔਰਤਾਂ ਦੇ ਉੱਤੇ, ਬੱਚਿਆਂ ਦੇ ਉੱਤੇ ਅਤਿਆਚਾਰ ਹੋ ਰਿਹਾ ਗਾ। ਇਹ ਪੂਰੇ ਸੰਸਾਰ ਦੇ ਅੰਦਰ ਭਾਰਤ ਦਾ ਨਕਸ਼ਾ ਜਿਹੜਾ ਕਿਸ ਤਰ੍ਹਾਂ ਦਾ ਮਾੜਾ ਨਕਸ਼ਾ ਜਿਹੜਾ ਬੀਜੇਪੀ ਪੇਸ਼ ਕਰ ਰਹੀ ਆ, ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੇਸ਼ ਕਰ ਰਹੇ ਨੇਗੇ ਕਿ ਕਿਸ ਤਰ੍ਹਾਂ ਇੱਕ ਸ਼ਬਦ ਤੱਕ ਜਿਹੜਾ ਹੈਗਾ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਤੱਕ ਨਹੀਂ ਬੋਲਿਆ। ਜਦ ਕਿ ਦੇਸ਼ ਦੇ ਜਿੰਨੇ ਵੀ ਚੁਣੇ ਹੋਏ ਲੋਕ ਨੇਗੇ, ਦੇਸ਼ ਦੀ ਚਾਹੇ ਪਾਰਲੀਮੈਂਟ ਦੇ ਅੰਦਰ, ਲੋਕ ਸਭਾ ਦੇ ਅੰਦਰ, ਰਾਜ ਸਭਾ ਦੇ ਅੰਦਰ, ਕਈ ਵਾਰ ਜਿੱਥੇ ਇੱਥੇ ਘਟਨਾਵਾਂ ਹੋ ਰਹੀਆਂ ਨੇਗੀਆਂ, ਉਹਨਾਂ ਸਾਰੇ ਵਿਸ਼ਿਆਂ ਤੇ ਚਰਚਾ ਕਰਨ ਦੇ ਲਈ ਕਈ ਵਾਰ ਨੋਟਿਸ ਜਾਰੀ ਹੋ ਚੁੱਕੇ ਨੇਗੇ। ਦੇਸ਼ ਦੀ ਲੋਕ ਸਭਾ ਦੇ ਅੰਦਰ, ਰਾਜ ਸਭਾ ਦੇ ਅੰਦਰ ਕਿੰਨੇ ਐਡਜਰਨਮੈਂਟ ਮੋਸ਼ਨ, ਕਿੰਨੀਆਂ ਜਿਹੜੀਆਂ ਉਹ ਜਿੰਨੇ ਵੀ ਮੈਂ ਸਮਝਦਾ ਤਰੀਕੇ ਨੇ ਕਿ ਉਹ ਅਪਣਾਉਣ ਦੀ ਜਿਹੜੀ ਆਪੋਜੀਸ਼ਨ ਕੋਸ਼ਿਸ਼ ਕਰ ਰਹੀ ਹੈ, ਪਰ ਲੇਕਿਨ ਬੀਜੇਪੀ ਜਿਹੜੀ ਆ ਉਹ ਚੁੱਪ ਆ ਗਈ। ਤੁਹਾਨੂੰ ਪਤਾ ਸਾਡਾ ਗਵਾਂਢੀ ਸੂਬਾ ਹਰਿਆਣਾ ਗਾ। ਹਰਿਆਣੇ ਦੇ ਅੰਦਰ ਲਗਭਗ 100 ਦੇ ਕਰੀਬ, 70 ਤੋਂ ਉੱਪਰ 100 ਦੇ ਕਰੀਬ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਔਰ 6 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇਗੀਆਂ। ਪਰ ਮੈਂ ਸਮਝਦਾ ਅੱਜ ਬੀਜੇਪੀ ਜਿਹੜੀ ਆ ਉਹ ਜਸ਼ਨਾਂ 'ਚ ਡੁੱਬੀ ਬੈਠੀ ਆ। ਅੱਜ ਉਹ ਹਰਿਆਣੇ ਦੇ ਅੰਦਰ ਹਿੰਸਾ ਰੋਕਣ ਦੇ ਲਈ ਨਾਕਾਮ ਆ, ਫੇਲ ਆ। ਬੁਰੀ ਤਰ੍ਹਾਂ ਹਰਿਆਣਾ ਸਰਕਾਰ, ਮੈਂ ਦੁਬਾਰਾ ਕਹਿ ਰਿਹਾ ਕਿ ਜਿੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇਗੀਆਂ, ਉਹਨਾਂ ਸਾਰੇ ਸੂਬਿਆਂ ਦੇ ਅੰਦਰ ਅੱਜ ਕਤਲੋ ਗਾਰਦ ਵਾਲਾ ਮਾਹੌਲ ਬਣਿਆ ਹੋਇਆ ਗਾ, ਲੜਾਈ ਝਗੜੇ ਵਾਲਾ ਮਾਹੌਲ ਬਣਿਆ ਹੋਇਆ, ਖੂਨ ਖਰਾਬੇ ਵਾਲਾ ਮਾਹੌਲ ਬਣਿਆ ਹੋਇਆ ਗਾ। ਲਾ ਐਂਡ ਆਰਡਰ ਦੀ ਪੋਜੀਸ਼ਨ ਜਿਹੜੀ ਆ ਸਭ ਤੋਂ ਮਾੜੀ ਜਿਹੜੀ ਆ ਉਹ ਬੀਜੇਪੀ ਦੇ ਸੂਬਿਆਂ 'ਚ ਬਣੀ ਹੋਈ ਆ। ਇੱਥੋਂ ਲੱਗਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਆ ਉਹ ਦੇਸ਼ ਦੇ ਵਿੱਚ ਘੜੀ ਜਾ ਰਹੀ ਆ ਕਿ ਦੇਸ਼ ਦੇ ਆਪਸੀ ਭਾਈਚਾਰੇ ਨੂੰ, ਦੇਸ਼ ਦੇ ਲੋਕਾਂ ਦਾ ਜਿਹੜਾ ਸਦੀਆਂ ਤੋਂ ਸਥਾਪਿਤ ਭਾਈਚਾਰਾ ਗਾ, ਉਹਨੂੰ ਕਿਸ ਤਰ੍ਹਾਂ ਤੋੜਨਾ ਗਾ, ਉਹਦੇ ਲਈ ਅੱਜ ਬੀਜੇਪੀ ਦੇ ਜਿਹੜੇ ਰੂਲਿੰਗ ਸਟੇਟ ਨੇ ਉੱਥੇ ਕੰਮ ਹੋ ਰਿਹਾ ਗਾ। ਜੇ ਮੈਂ ਗੱਲ ਕਰਾਂ ਮਨੀਪੁਰ ਦੀ, ਮਨੀਪੁਰ ਦੇ ਅੰਦਰ ਸਾਡੀਆਂ 2
ਭੈਣਾਂ ਨੂੰ, ਹਾਲਾਂਕਿ ਇੱਕ ਉਹਨਾਂ ਵਿੱਚ ਜਿਸ ਨੌਜਵਾਨ ਨੇ ਕਾਰਗਿਲ ਦੇ ਅੰਦਰ ਦੇਸ਼ ਦੀ ਲੜਾਈ ਲੜੀ, ਉਹਨਾਂ ਦੀ ਧਰਮ ਪਤਨੀ, ਔਰ ਦੂਸਰੀ ਉਹਨੂੰ ਕਿਸ ਤਰ੍ਹਾਂ ਨਿਰਵਸਤਰ ਕਰਕੇ ਉਹਨੂੰ ਘੁਮਾਇਆ ਗਿਆ। ਕਿੱਡਾ ਗੁੰਡਾ ਨਾਚ ਬੀਜੇਪੀ ਨੇ ਮਨੀਪੁਰ ਦੇ ਵਿੱਚ ਰਚਾਇਆ, ਔਰ ਲਗਾਤਾਰ ਹਿੰਸਾ ਜਾਰੀ ਆ, ਲਗਾਤਾਰ ਘੱਟ ਗਿਣਤੀਆਂ ਨੂੰ ਕਿਵੇਂ ਹਮਲੇ ਹੋ ਰਹੇ ਨੇਗੇ, ਲਗਾਤਾਰ ਲੋਕਾਂ ਨੂੰ ਲੜਾਇਆ ਜਾ ਰਿਹਾ ਹੈਗਾ। ਸੋ ਪ੍ਰਧਾਨ ਮੰਤਰੀ ਸਾਹਿਬ ਚੁੱਪ ਨੇਗੇ। ਸੋ ਸਾਰੀਆਂ ਇਸੇ ਤਰ੍ਹਾਂ ਲਗਭਗ ਹੁਣ ਤੱਕ 50 ਤੋਂ 70 ਨੋਟਿਸ ਜਿਹੜੇ ਨੇਗੇ, 50 ਤੋਂ 70 ਨੋਟਿਸ ਹਰ ਰੋਜ਼ ਦੇਸ਼ ਦੀ ਪਾਰਲੀਮੈਂਟ ਦੇ ਅੰਦਰ, ਲੋਕ ਸਭਾ ਦੇ ਅੰਦਰ, ਰਾਜ ਸਭਾ ਦੇ ਅੰਦਰ ਆਪੋਜੀਸ਼ਨ ਦੇ ਮੈਂਬਰ ਜਿਹੜੇ ਚੁਣੇ ਹੋਏ ਨੇ, ਲੋਕਾਂ ਨੇ ਚੁਣ ਕੇ ਭੇਜੇ ਨੇਗੇ, ਉਹ ਲਗਾਤਾਰ ਲਾਉਂਦੇ ਨੇ। ਪਰ ਲੇਕਿਨ ਕੋਈ ਵੀ ਨੋਟਿਸ ਜਿਹੜਾ ਹੈਗਾ ਬੀਜੇਪੀ ਦੀ ਸਰਕਾਰ ਨਹੀਂ ਲੈਂਦੀ, ਪ੍ਰਧਾਨ ਮੰਤਰੀ ਸਾਹਿਬ ਨਹੀਂ ਲੈਂਦੇ। ਵਿਰੋਧੀ ਧਿਰ ਕੀ ਚਾਹੁੰਦੀ ਆ, ਆਪੋਜੀਸ਼ਨ ਕੀ ਚਾਹੁੰਦੀ ਆ? ਆਪੋਜੀਸ਼ਨ, ਕਿਉਂਕਿ ਅਸੀਂ ਆਮ ਆਦਮੀ ਪਾਰਟੀ ਆਪੋਜੀਸ਼ਨ ਦੇ ਅੰਦਰ ਆ। ਆਮ ਆਦਮੀ ਪਾਰਟੀ ਕੀ ਚਾਹੁੰਦੀ ਆ ਕਿ ਨਿਯਮ 167 ਦੇ ਅਧੀਨ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਹਿਸ ਹੋਣੀ ਚਾਹੀਦੀ ਆ, ਤਾਂ ਕਿ ਇਹਨਾਂ तमाम ਮੁੱਦਿਆਂ ਦੇ ਉੱਤੇ, ਜਿਵੇਂ ਗੱਲ ਕਰਾਂ ਮਨੀਪੁਰ ਦੇ ਉੱਤੇ, ਹਰਿਆਣੇ ਦੇ ਉੱਤੇ, ਹੋਰ ਬਹੁਤ ਮੁੱਦੇ ਨੇ, ਮੈਂ ਆਉਣਾ ਉਸ ਤੋਂ ਬਾਅਦ ਕੱਲਾ ਕਿ ਕਿਸ ਤਰ੍ਹਾਂ ਦੇਸ਼ ਦੇ ਅੰਦਰ ਹਮਲੇ ਹੋ ਰਹੇ ਨੇਗੇ। ਇਹਨਾਂ ਮੁੱਦਿਆਂ ਤੇ ਆਮ ਆਦਮੀ ਪਾਰਟੀ ਜਾਂ ਦੂਜੀਆਂ तमाम ਆਦਮੀ ਜਿਹੜੀਆਂ ਪਾਰਟੀਆਂ, ਜਿਹੜੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਬਹਿਸ ਚਾਹੁੰਦੀਆਂ ਨੇ, ਪਰ ਲੇਕਿਨ ਬੀਜੇਪੀ ਚੁੱਪ ਆ। ਸਾਰਿਆਂ ਨੂੰ ਪਤਾ ਗਾ ਕਿ ਕਿਸ ਤਰ੍ਹਾਂ ਥੋੜੇ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਅੰਦਰ ਇੱਕ ਦਿਲ ਦਹਿਲਾਉਣ ਵਾਲੀ ਜਿਹੜੀ ਖਬਰ ਸਾਹਮਣੇ ਆਈ, ਕਿਸ ਤਰ੍ਹਾਂ ਇੱਕ ਆदिवासी ਵਿਅਕਤੀ ਦੇ ਸਿਰ ਦੇ ਵਿੱਚ ਇੱਕ ਬੀਜੇਪੀ ਦਾ ਗੁੰਡਾ, ਕਿਸ ਤਰ੍ਹਾਂ ਇੱਕ ਬੀਜੇਪੀ ਦਾ ਆਦਮੀ ਕਿਸ ਤਰ੍ਹਾਂ ਉਹਦੇ ਸਿਰ ਦੇ ਉੱਤੇ ਪਿਸ਼ਾਬ ਕਰਦਾ ਗਾ। ਮੈਂ ਸਮਝਦਾ 21ਵੀਂ ਸਦੀ ਦੇ ਵਿੱਚ ਇਸ ਤੋਂ ਘਿਨਾਉਣੀ ਹਰਕਤ ਕੀ ਹੋ ਸਕਦੀ ਆ? ਇਹ ਕਿਉਂ ਹੋ ਰਹੀ ਆ? ਕਿਉਂਕਿ ਬੀਜੇਪੀ ਜਿਹੜੀ ਆ ਉਹ ਘੱਟ ਗਿਣਤੀਆਂ ਨੂੰ ਨਫ਼ਰਤ ਕਰਦੀ ਆ, ਬੀਜੇਪੀ ਜਿਹੜੀ ਆ ਉਹ ਆदिवासियों ਨੂੰ ਨਫ਼ਰਤ ਕਰਦੀ ਆ, ਬੀਜੇਪੀ ਜਿਹੜੀ ਆ ਉਹ ਦਲਿਤਾਂ ਨੂੰ ਨਫ਼ਰਤ ਕਰਦੀ ਹੈ, ਬੀਜੇਪੀ ਜਿਹੜੀ ਆ ਉਹ ਔਰਤਾਂ ਨੂੰ ਨਫ਼ਰਤ ਕਰਦੀ ਹੈ, ਬੀਜੇਪੀ ਜਿਹੜੀ ਆ ਉਹ ਬੱਚਿਆਂ ਨੂੰ ਨਫ਼ਰਤ ਕਰਦੀ ਹੈ। ਤਾਂ ਹੀ ਜਿਹੜਾ ਹੈਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਇੰਨੇ ਲੰਬੇ ਅਰਸੇ ਤੋਂ ਉਹਨਾਂ ਨੇ ਚੁੱਪੀ ਜਿਹੜੀ ਆ ਉਹ ਉਤਾਰੀ ਹੋਈ ਆ। ਇਹਨਾਂ ਸਾਰੇ ਰਾਜਾਂ ਤੋਂ ਇੱਥੋਂ ਸਪਸ਼ਟ ਹੁੰਦਾ ਗਾ ਕਿ ਜਿੱਥੇ ਜਿੱਥੇ ਵੀ ਬੀਜੇਪੀ ਦੀ ਸਰਕਾਰ ਆ, ਜਿਨ੍ਹਾਂ ਸੂਬਿਆਂ ਦੇ ਅੰਦਰ ਬੀਜੇਪੀ ਦੀ ਸਰਕਾਰ ਆ, ਉੱਥੇ ਲਾ ਐਂਡ ਆਰਡਰ ਦੀ ਪੋਜੀਸ਼ਨ ਕਿੰਨੀ ਮਾੜੀ ਆ। ਉੱਥੇ ਲਾ ਐਂਡ ਆਰਡਰ ਦੀ ਪੋਜੀਸ਼ਨ ਮੈਂ ਸਮਝਦਾ ਖਤਮ ਹੋ ਚੁੱਕੀ ਆ। ਕਾਨੂੰਨ ਨਾਂ ਦੀ ਚੀਜ਼ ਹੈ ਨਹੀਂ, ਕਾਨੂੰਨ ਇਹਨਾਂ ਸੂਬਿਆਂ 'ਚੋਂ ਖਤਮ ਹੋ ਚੁੱਕਿਆ। ਜੇ ਆਪਾਂ ਮਨੀਪੁਰ ਦੀ ਪਹਿਲੇ ਮੈਂ ਦੁਬਾਰਾ ਉੱਥੇ ਆਉਣਾ, ਮਨੀਪੁਰ ਦੀ ਗੱਲ ਕਰੀਏ, ਮਨੀਪੁਰ ਦੇ ਵਿੱਚ 3 ਮਈ ਤੋਂ ਲਗਾਤਾਰ ਇਹ ਮਸਲਾ ਚੱਲ ਰਿਹਾ ਹੈਗਾ। ਕਿਸ ਤਰ੍ਹਾਂ ਲੋਕਾਂ ਦੇ, ਗਰੀਬ ਲੋਕਾਂ ਦੇ ਘਰ ਸਾੜੇ ਜਾ ਰਹੇ ਨੇ, ਕਿਸ ਤਰ੍ਹਾਂ ਔਰਤਾਂ ਨੂੰ ਨਿਰਵਸਤਰ ਕੀਤਾ ਜਾ ਰਿਹਾ, ਕਿਸ ਤਰ੍ਹਾਂ ਬਲਾਤਕਾਰ ਦੀਆਂ, ਅਗਜ਼ਨੀ ਦੀਆਂ ਘਟਨਾਵਾਂ ਹੋ ਰਹੀਆਂ ਨੇਗੀਆਂ। ਪਰ ਲੇਕਿਨ ਪ੍ਰਧਾਨ ਮੰਤਰੀ ਸਾਹਿਬ ਚੁੱਪ ਨੇਗੇ। ਰਾਹਤ ਕੈਂਪ ਜਿਹੜੇ ਲੱਗੇ ਹੋਏ ਨੇਗੇ, ਮਨੀਪੁਰ ਦੇ ਰਾਹਤ ਕੈਂਪ ਲੱਗੇ ਹੋਏ ਨੇ, ਉੱਥੇ ਉਹਨਾਂ ਦੀ ਹਾਲਤ ਜਿਹੜੀ ਆ ਉਹ ਮੈਂ ਸਮਝਦਾ ਬਹੁਤ ਹੀ ਬਦ ਤੋਂ ਬਦਤਰ ਆ ਗਈ। ਉੱਥੇ ਵੀ ਜਿਹੜਾ ਹੈਗਾ ਸ਼ੋਸ਼ਣ ਲਗਾਤਾਰ ਜਾਰੀ ਆ। ਸਕੂਲ, ਐਜੂਕੇਸ਼ਨ ਦੇ ਅਦਾਰੇ ਜਿਹੜੇ ਨੇਗੇ ਮਨੀਪੁਰ ਦੇ ਅੰਦਰ ਉਹ ਲਗਾਤਾਰ ਬੰਦ ਰਹੇ, ਔਰ ਮੈਂ ਸਮਝਦਾ ਬੱਚਿਆਂ ਦੀ ਪੜ੍ਹਾਈ ਦਾ ਹਾਲ ਸਭ ਤੋਂ ਬੁਰਾ ਹਾਲ ਹੋ ਰਿਹਾ, ਕਿਉਂਕਿ ਜੇਕਰ ਬੱਚੇ ਸਾਲ ਜਾਂ 2 ਸਾਲ ਪੜ੍ਹਾਈ ਤੋਂ ਬਿਨਾਂ ਰਹਿ ਗਏ ਤਾਂ ਉਹ ਕਿਸ ਤਰ੍ਹਾਂ ਦੇਸ਼ ਦੇ ਦੂਜੇ ਸੂਬਿਆਂ ਦੇ ਨਾਲ ਜਿਹੜਾ ਹੈਗਾ ਰਲਣਗੇ। ਇੰਟਰਨੈਟ ਸੇਵਾਵਾਂ ਲਗਭਗ 3 ਮਹੀਨਿਆਂ ਤੋਂ ਲਗਾਤਾਰ ਬੰਦ ਨੇਗੀਆਂ। ਸੋ ਮੇਰਾ ਕਹਿਣ ਦਾ ਭਾਵ ਆ ਵੀ ਇਹ ਜਿਹੜੇ ਘਿਨਾਉਣੇ ਹਰਕਤਾਂ, ਘਿਨਾਉਣੇ ਕਾਂਡ ਉਹ ਬੀਜੇਪੀ ਦੇ ਸੂਬਿਆਂ 'ਚ ਹੋ ਰਹੇ ਨੇਗੇ। ਮਨੀਪੁਰ ਦੇ ਅੰਦਰ 100 ਉੱਪਰ ਲੋਕਾਂ ਦੀ ਮੌਤ ਹੋ ਚੁੱਕੀ ਆ, ਔਰ 300 ਤੋਂ ਵੱਧ ਜਿਹੜੇ ਹੈਗੇ ਨੇ ਉਹ ਲੋਕ ਜਿਹੜੇ ਜ਼ਖਮੀ ਨੇਗੇ, ਔਰ FIR ਤੱਕ ਨਹੀਂ ਦਰਜ ਹੋ ਰਹੀ। ਸਾਡੀ ਮਾਨਯੋਗ ਅਪੈਕਸ ਕੋਰਟ, ਸਾਡੀ ਸੁਪਰੀਮ ਕੋਰਟ ਨੂੰ ਦਖਲ ਦੇਣਾ ਪੈ ਰਿਹਾ। ਉਹ ਵੀ ਕਿਹਦੇ ਲਈ? ਕਿ ਸਾਡੀਆਂ ਜਿਹੜੀਆਂ ਔਰਤਾਂ ਨਿਰਵਸਤਰ ਕਰਕੇ ਜਿਹੜੀਆਂ ਘਮਾਈਆਂ ਨੇਗੀਆਂ, ਵੀਡੀਓ ਬਣਾ ਕੇ ਵਾਇਰਲ ਕੀਤੀ ਆ, ਉਹਨਾਂ ਦੇ ਵਿੱਚ ਐਕਸ਼ਨ ਲਿਆ ਜਾਵੇ। ਪ੍ਰਧਾਨ ਮੰਤਰੀ ਸਾਹਿਬ ਫੇਰ ਚੁੱਪ ਨੇਗੇ। ਦੇਸ਼ ਦੀ ਸਰਵਉੱਚ ਅਦਾਲਤ ਨੂੰ ਜਿਹੜਾ ਹੈਗਾ ਆਪ ਐਕਸ਼ਨ ਲੈਣਾ ਪੈ ਰਿਹਾ। ਪਰ ਲੇਕਿਨ ਜਿਹੜੀਆਂ ਚੁਣੀ ਹੋਈ ਸਰਕਾਰ ਆ, ਚਾਹੇ ਮਨੀਪੁਰ ਦੀ ਸਰਕਾਰ ਆ, ਚਾਹੇ ਕੇਂਦਰ ਦੀ ਸਰਕਾਰ, ਬੀਜੇਪੀ ਦੀ ਸਰਕਾਰ ਆ, ਉਹ ਲਗਾਤਾਰ ਚੁੱਪ ਆ। ਇਸੇ ਤਰ੍ਹਾਂ ਜਿਵੇਂ ਪਹਿਲਾਂ ਕਿਹਾ ਕਿ ਮੱਧ ਪ੍ਰਦੇਸ਼ ਦੀ ਘਟਨਾ, ਔਰ ਇਸ ਤੋਂ ਬਿਨਾਂ ਉੱਤਰ ਪ੍ਰਦੇਸ਼ ਦੇ ਅੰਦਰ ਲਗਾਤਾਰ ਜਿਹੜਾ ਕ੍ਰਾਈਮ ਆ ਉਹ ਲਗਾਤਾਰ ਵੱਧ ਰਿਹਾ ਹੈਗਾ। ਹਰਿਆਣੇ ਦੇ ਅੰਦਰ 6 ਮੌਤਾਂ ਦਾ ਹੋ ਜਾਣਾ, ਇਹ ਸਾਰੇ ਉਹ ਅੰਕੜੇ ਨੇਗੇ ਜਿੱਥੋਂ ਸਪਸ਼ਟ ਹੁੰਦਾ ਕਿ ਬੀਜੇਪੀ ਜਿਹੜੀ ਆ ਇਲੈਕਸ਼ਨ 2024 ਆ ਚੁੱਕਿਆ ਹੈਗਾ, ਉਹਦੇ ਨੇੜੇ ਆ ਕੇ
सूबਿਆਂ ਦੇ ਅੰਦਰ ਵੱਖ-ਵੱਖ सूबਿਆਂ ਦੇ ਅੰਦਰ ਇੱਕ ਜਿਹੜਾ ਹੈਗਾ ਮਾਹੌਲ, ਜਿਹੜਾ ਡਰ ਦਾ ਮਾਹੌਲ, ਭੈ ਦਾ ਮਾਹੌਲ ਔਰ ਬਰਬਾਦੀ ਦਾ ਮਾਹੌਲ, ਲੋਕਾਂ ਨੂੰ ਡਰਾ ਧਮਕਾਉਣ ਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ। ਸੋ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਪਣੀ ਸਾਜ਼ਸੀ ਚੁੱਪ ਤੋੜਨ ਔਰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਔਰ ਦੇਸ਼ ਦੀ ਪਾਰਲੀਮੈਂਟ ਤੋਂ ਬਾਹਰ ਆ ਕੇ ਬਿਆਨ ਦੇਣ। ਔਰ ਬਿਆਨ ਦੇ ਕੇ ਮੈਂ ਸਮਝਦਾ ਔਰ ਇਹ ਜਿਹੜੀ ਹਿੰਸਾ ਜਿਹੜੀ ਬੀਜੇਪੀ ਦੇ ਰੂਲ ਵਾਲੇ ਸਟੇਟਾਂ 'ਚ ਹੋ ਰਹੀ ਆ, ਜਿੱਥੇ ਬੀਜੇਪੀ ਦੇ ਰਾਜ ਨੇਗੇ, ਉਹ ਹਿੰਸਾ ਨੂੰ ਤੁਰੰਤ ਬੰਦ ਕਰਾਉਣ ਔਰ ਆਮ ਲੋਕਾਂ ਦੀ, ਖਾਸ ਕਰਕੇ ਮੈਂ ਸਮਝਦਾਗਾ ਸਾਡੀਆਂ ਮਾਵਾਂ ਭੈਣਾਂ ਦੀ, ਸਾਡੀਆਂ ਬਜ਼ੁਰਗਾਂ ਦੀ, ਸਾਡੇ ਬੱਚਿਆਂ ਦੀ, ਦਲਿਤਾਂ ਦੀ, ਆਦਿਵਾਸੀ ਲੋਕਾਂ ਦੀ ਜਿਹੜੀ ਆ ਉਹ ਤੁਰੰਤ ਉਹਨਾਂ ਦੀ ਰੱਖਿਆ ਕਰਨ। ਹਾਂਜੀ ਚੀਮਾ ਸਾਹਿਬ, ਇੱਥੇ ਜਿਹੜੇ ਭਾਜਪਾ ਦੇ ਆਗੂ ਹੈਗੇ ਨੇ ਉਹ ਕਹਿੰਦੇ ਨੇ ਕਿ ਅਮਿਤ ਸ਼ਾਹ ਉੱਥੇ 3 ਦਿਨ ਲਾ ਕੇ ਆਏ ਨੇ, ਆਪ ਹਰ ਹਾਲਾਤ ਦਾ ਜਾਇਜ਼ਾ ਲੈ ਕੇ ਆਏ ਨੇ। ਅਮਿਤ ਸ਼ਾਹ ਜੀ ਤਾਂ ਉੱਥੇ ਜਾ ਕੇ ਮਨੀਪੁਰ ਦੇ ਅੰਦਰ ਜਿੱਥੇ ਜਾ ਕੇ ਪਿਕਨਿਕ ਮਨਾ ਕੇ ਆਏ ਨੇਗੇ। ਜੇ ਅਮਿਤ ਸ਼ਾਹ ਜੀ ਜਾ ਕੇ ਉੱਥੇ ਐਕਸ਼ਨ ਲੈ ਕੇ ਆਏ ਹੁੰਦੇ ਤਾਂ ਮੈਂ ਸਮਝਦਾ ਹਿੰਸਾ ਰੁਕ ਜਾਂਦੀ। ਤਾਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਉੱਥੇ ਜਾ ਕੇ ਪਿਕਨਿਕ ਮਨਾ ਕੇ ਆਏ ਨੇਗੇ। ਜੇ ਉੱਥੇ ਕਿਤੋਂ ਕੋਈ ਐਕਸ਼ਨ ਲਿਆ ਹੁੰਦਾ, ਕੋਈ ਕੰਮ ਕੀਤਾ ਹੁੰਦਾ ਤਾਂ ਮੈਂ ਸਮਝਦਾ ਦੁਬਾਰਾ ਉੱਥੇ ਇਸ ਤਰ੍ਹਾਂ ਦੀ ਘਟਨਾਵਾਂ ਨਾ ਵਾਪਰਦੀਆਂ। ਪੰਜਾਬ ਦੀ ਗੱਲ ਕਰਾਂ ਤਾਂ ਇੱਥੇ ਐਸਸੀ ਕਮਿਸ਼ਨ ਦੀ 4 ਸੀਟਾਂ ਕੱਟ ਕੀਤੀ ਗਈ ਹੈ, ਉਹਦੇ ਉੱਪਰ ਵੀ ਤੁਹਾਡੇ ਉੱਪਰ ਆਰੋਪ ਲੱਗ ਰਿਹਾ, ਉਹਦੇ ਬਾਰੇ ਵਿੱਚ ਤੁਸੀਂ ਕੀ ਕਹੋਗੇ? ਤੁਸੀਂ ਸਦਨ ਵਿੱਚ ਬੈਠੇ ਸੀ ਜਦੋਂ। ਦੇਖੋ, ਬਹੁਤ ਸਾਰੇ ਜਿਹੜੇ ਐਕਟ ਨੇਗੇ ਉਹਨਾਂ ਨੂੰ ਤਰਕਸੰਗਤ ਬਣਾਇਆ ਜਾ ਰਿਹਾ ਹੈਗਾ। ਕੱਲਾ ਇਹ ਨਹੀਂ ਕਿ ਉਹਦੀ ਹੋਰ ਬਹੁਤ ਸਾਰੇ ਜਗ੍ਹਾ ਦੇ ਉੱਤੇ ਅਸੀਂ ਖਰਚੇ ਘਟਾ ਰਹੇ ਹਾਂਗੇ, ਪਰ ਲੇਕਿਨ ਉਹਦੇ ਵਿੱਚ ਕਈ ਜਗ੍ਹਾ ਤੇ ਸਾਡੇ ਕੋਲ ਰਿਪੋਰਟ ਸੀ ਕਿ ਬਹੁਤ ਸਾਰੇ ਮੈਂਬਰ ਲੱਗੇ ਹੋਏ ਨੇ ਕਿ ਉਹ 6-6 7-7 ਮਹੀਨਿਆਂ ਤੋਂ ਉਹਨਾਂ ਨੇ ਆ ਕੇ ਰਿਪੋਰਟ ਤੱਕ ਨਹੀਂ ਕੀਤੀ ਸੀ, ਉਹ ਆ ਕੇ ਆਪਦੀ ਕਿਸੇ ਦੀ ਸ਼ਿਕਾਇਤ ਤੱਕ ਨਹੀਂ ਸੁਣੀ ਸੀਗੀ। ਹਾਂਜੀ ਚੀਮਾ ਸਾਹਿਬ ਇੱਧਰ ਗੱਲ ਸੁਣੋ ਪਹਿਲਾਂ ਕਮਿਸ਼ਨ ਦੇ ਮਾਮਲੇ 'ਚ ਜੀ। ਚੋਣਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਗਿਆ, ਸਰਕਾਰ ਕਿੰਨੀ ਕੁ ਤਿਆਰ ਹੈ? ਕਿਉਂਕਿ ਲੋਕ ਸਭਾ ਤੋਂ ਪਹਿਲਾਂ ਇਹਨੂੰ ਛੋਟੀ ਸਰਕਾਰ ਦੇ ਤੌਰ ਤੇ ਦੇਖਿਆ ਜਾਂਦਾ। ਬਿਲਕੁਲ, ਜਿੰਨੀਆਂ ਵੀ ਚੋਣਾਂ ਜਿਹੜੀਆਂ ਸਾਡੀਆਂ ਕਮੇਟੀ ਦੀਆਂ ਚੋਣਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਜਾਂ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਜਿਹੜੀਆਂ ਪੈਂਡਿੰਗ ਪਈਆਂ ਨੇਗੀਆਂ, ਬਿਲਕੁਲ ਉਹਨਾਂ ਦੀ ਤਿਆਰੀ ਜਿਹੜੀ ਆ ਉਹ ਡਿਪਾਰਟਮੈਂਟ ਨੇ ਕੀਤੀ ਆ, ਸਮੇਂ ਸਿਰ ਹੋਣਗੀਆਂ। ਔਰ ਪਾਰਟੀ ਨੇ ਅੱਗੇ ਵਿਚਾਰ ਕਰਨਾ ਕਿ ਸਿੰਬਲ ਤੇ ਲੜਨੀਆਂ ਨੇ ਜਾਂ ਨਹੀਂ, ਇਹ ਪਾਰਟੀ ਨੇ ਵਿਚਾਰ ਕਰਨਾ ਕਿ ਪਰ ਲੇਕਿਨ ਸਰਕਾਰ ਜਿਹੜੀ ਆ ਉਹ ਚੋਣਾਂ ਕਰਾਉਣ ਲਈ ਪੂਰੀ ਤਰ੍ਹਾਂ ਤਿਆਰ ਆ ਜੀ। ਚੀਮਾ ਸਾਹਿਬ, 2 ਦਿਨ ਪਹਿਲਾਂ ਗਵਰਨਰ ਸਾਹਿਬ ਨੇ ਇੱਕ ਚਿੱਠੀ ਆ ਜਿਹੜੀ ਦੁਬਾਰਾ ਫਿਰ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਆ। ਦੋਨੇ ਪਾਸੇ ਤੇ ਚਿੱਠੀਆਂ ਦਾ ਜਿਹੜਾ ਆਦਾਨ ਪ੍ਰਦਾਨ ਚੱਲ ਰਿਹਾ। ਗਵਰਨਰ ਸਾਹਿਬ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਨਸੀਹਤ ਦਿੱਤੀ ਆ ਕਿ ਤੁਸੀਂ ਡਾਕਟਰ BR ਸਾਹਿਬ ਦੀ, ਅੰਬੇਦਕਰ ਦੀ ਫੋਟੋ ਤਾਂ ਬਾਬਾ ਸਾਹਿਬ ਦੀ ਹਰੇਕ ਜਗ੍ਹਾ ਲਾਈ ਹੋਈ ਆ, ਪਰ ਉਹਨਾਂ ਦੇ ਸੰਵਿਧਾਨ ਦੀ ਪਾਲਣਾ ਨਹੀਂ ਕਰ ਰਹੇ। ਜਿੱਥੇ ਮੇਰੇ ਸਾਥੀ ਨੇ ਸਵਾਲ ਪੁੱਛਿਆ ਕਮਿਸ਼ਨ ਨੂੰ ਲੈ ਕੇ, ਤੁਹਾਡੀ ਸਰਕਾਰ ਨੇ ਇੱਕ IAS ਅਧਿਕਾਰੀ ਆ ਜਿਹੜਾ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦਾ ਹੈ, ਉਹਨੂੰ ਉੱਥੇ ਉਹਦਾ ਮੈਂਬਰ ਸਕੱਤਰ ਲਾਤਾ। ਉਹ ਖੁਦ 1.5 ਮਹੀਨੇ ਪਹਿਲਾਂ ਲਿਖ ਕੇ ਦੇ ਚੁੱਕਿਆ ਤੁਹਾਡੇ ਮੁੱਖ ਸਕੱਤਰ ਨੂੰ, ਤੁਹਾਡੀ ਸਰਕਾਰ ਨੂੰ, ਵੀ ਐਜ ਪਰ ਲਾ, ਐਜ ਪਰ ਕਾਨੂੰਨ ਮੇਰੀ ਉਹਨੂੰ ਕਰ ਦਿੰਦੇ ਠੀਕ। ਦੂਜਾ ਰਹਿ ਗਿਆ ਗਵਰਨਰ ਸਾਹਿਬ ਦਾ। ਮੈਂ ਸਮਝਦਾ ਗਵਰਨਰ ਸਾਹਿਬ ਨੂੰ ਮਾਣ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ, ਸੰਵਿਧਾਨ ਦਾ ਖਿਆਲ ਗਵਰਨਰ ਸਾਹਿਬ ਨੂੰ ਰੱਖਣਾ ਚਾਹੀਦਾ। ਸੰਵਿਧਾਨ ਦੀਆਂ ਜੋ ਧਾਰਾਵਾਂ ਦੇ ਅਨੁਸਾਰ, ਜੋ ਸੰਵਿਧਾਨ ਦੇ ਆਰਟੀਕਲ ਦੇ ਅਨੁਸਾਰ ਜੋ ਸ਼ਕਤੀਆਂ ਗਵਰਨਰ ਸਾਹਿਬ ਨੂੰ ਵਰਤੀਆਂ ਨੇ, ਉਹਨਾਂ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ, ਨਾ ਕਿ ਉਹਨਾਂ ਨੂੰ ਬੀਜੇਪੀ ਦੀ ਅੱਖ ਨਾਲ ਦੇਖਣਾ ਚਾਹੀਦਾ। ਬੀਜੇਪੀ ਦੀ ਅੱਖ ਨਾਲ ਨਹੀਂ ਦੇਖਣਾ ਚਾਹੀਦਾ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ। ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਚੁਣਿਆ ਔਰ ਲੱਖਾਂ ਲੋਕਾਂ ਨੇ ਆਪਣੇ ਮਤ ਦਾ ਪ੍ਰਯੋਗ ਕਰਕੇ ਚੁਣਿਆਗਾ। ਸੋ ਗਵਰਨਰ ਸਾਹਿਬ ਨੂੰ ਮੈਂ ਸਮਝਦਾ ਇਸ ਤਰ੍ਹਾਂ ਚਿੱਠੀਆਂ ਭੇਜਣ ਤੋਂ ਗੁਰੇਜ਼ ਕਰਨਾ ਚਾਹੀਦਾ, ਸੰਵਿਧਾਨ ਦੇ ਮੁਤਾਬਕ ਕੰਮ ਕਰਨਾ ਚਾਹੀਦਾ। ਔਰ ਵਿਧਾਨ ਸਭਾ ਦਾ ਸੈਸ਼ਨ ਵੀ ਸੰਵਿਧਾਨ ਦੇ ਮੁਤਾਬਕ ਹੋਇਆ ਸੀ ਔਰ ਐਕਟ ਵੀ ਜਿਹੜੇ ਨੇਗੇ ਉਹ ਸੰਵਿਧਾਨ ਦੇ ਮੁਤਾਬਕ ਜੋ ਤਾਕਤਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਮੇਰੀਆਂ ਆਉਂਦੀਆਂ ਨੇ ਉਹਦੇ ਮੁਤਾਬਕ ਹੋਇਆਗਾ।